देखो जी हर ਜ਼ਿਮੀਂਦਾਰ ਦੀ ਆਪਣੀ ਮਰਜ਼ੀ ਹੈ ਲੇਕਿਨ ਜਿਹੜੀ ਡੀਲਰ ਵੱਲੋਂ ਇਨਸਟਰਕਸ਼ਨ ਨੇ ਮਿਲਰ ਟਰੈਕਟਰ ਵੱਲੋਂ ਇਨਸਟਰਕਸ਼ਨ ਨੇ ਜਾਂ ਪੰਜਾਬ ਹਕੂਮਤ ਵੱਲੋਂ ਨੇ जी ਕੋਈ ਬੰਦਾ ਟਰੈਕਟਰ ਸੇਲ ਨਹੀਂ ਕਰ ਸਕਦਾ ਔਰ तमाम ਜ਼ਿਮੀਂਦਾਰਾਂ ਅੱਗੇ ਮੇਰੀ ਗੁਜ਼ਾਰਿਸ਼ ਹੈ ਕਿ ਇਹਨੂੰ ਸੇਲ ਬਿਲਕੁਲ ਨਾ ਕਰਨਾ ਕਿਉਂਕਿ ਮਹਿਕਮੇ ਨੇ ਘਰ ਘਰ ਜਾ ਕੇ ਦੁਬਾਰਾ ਇਹਨਾਂ ਨੂੰ ਚੈੱਕ ਕਰਨਾ ਹੈ। अस्सलाम वालेकुम दोस्तों, अपना चैनल पीके यूट्यूब चैनल च खुश आमदीद दोस्तों। अज असी मौजूद है जी उस्मान इंटरप्राइज। काफ़ी दोस्त तकरीबन 2 हफ्ते हो गए ने काफ़ी दोस्त ना राबता कर रहे थे जी, सानू डिलीवरी नहीं मिलती पई। ਅਸੀਂ ਕਾਫੀ ਜ਼ਿਆਦਾ ਨਾ ਗ੍ਰੀਨ ਟਰੈਕਟਰ ਸਕੀਮ ਤੇ ਵੀਡੀਓ ਬਣਾਉਂਦੇ ਰਹੇ ਹਾਂ ਜਦੋਂ ਤੋਂ ਸਕੀਮ ਅਜੇ ਸ਼ੁਰੂ ਵੀ ਨਹੀਂ ਸੀ ਹੋਈ, ਮੁਕੰਮਲ ਲਮਹਾ ਬਲਮਹਾ ਜ਼ਿਮੀਂਦਾਰ ਨੂੰ ਅਪਡੇਟ ਕਰਦੇ ਰਹੇ ਹਾਂ ਤੇ ਹੁਣ ਵੀ ਸਾਡਾ ਹੱਕ ਬਣਦਾ। ਚਲੋ ਹੁਣ ਕਾਫੀ ਜ਼ਿਮੀਂਦਾਰ ਪਰੇਸ਼ਾਨ ਨੇ ਜੀ, ਕਾਲ ਕਰਦੇ ਨੇ ਸਾਨੂੰ ਡਿਲੀਵਰੀ ਨਹੀਂ ਮਿਲਦੀ ਤੇ ਅੱਜ ਮੁਕੰਮਲ ਤੁਹਾਨੂੰ ਦੱਸਾਂਗੇ। ਸਪੈਸ਼ਲੀ ਅੱਜ ਆਏ ਹਾਂ ਜੀ ਉਸਮਾਨ ਇੰਟਰਪ੍ਰਾਈਜ਼ ਤੇ ਮੁਕੰਮਲ ਡਿਟੇਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਸ ਵਜ੍ਹਾ ਤੋਂ ਡਿਲੀਵਰੀ ਰੋਕੀ ਹੋਈ ਸੀ ਤੇ ਕਦੋਂ ਮਿਲਣੀ ਹੈ, ਅੱਗੋਂ ਕੀ ਪ੍ਰੋਸੀਜਰ ਚੱਲਦਾ ਪਿਆ ਵਾ, ਮੁਕੰਮਲ ਡਿਟੇਲ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਹਾਂਜੀ ਦੋਸਤੋ, ਮਜ਼ੀਦ ਸ਼ੌਕਤ ਸਾਹਿਬ ਨਾਲ ਗੱਲਬਾਤ ਕਰਦੇ हैं जी, ਸਾਡੇ ਨਾਲ ਮੌਜੂਦ ਨੇ ਜੀ। अस्सलाम वालेकुम जी। वालेकुम अस्सलाम। शौकत साहब की हाल है, ठीक ठाक हो जी? अल्लाह का शुक्र, बिल्कुल ठीक ठाक। शौकत साहब काफ़ी ਜ਼ਿਮੀਂਦਾਰ ਕਾਲ ਕਰ ਰਹੇ, ਰਾਬਤਾ ਕਰ ਰਹੇ। ਤਕਰੀਬਨ ਅਸੀਂ ਜਦੋਂ ਤੋਂ ਗ੍ਰੀਨ ਸਕੀਮ ਸ਼ੁਰੂ ਨਹੀਂ ਸੀ ਉਦੋਂ ਦੀ ਜ਼ਿਮੀਂਦਾਰ ਨੂੰ ਅਪਡੇਟ ਕਰਦੇ ਪਏ ਹਾਂ ਜੀ ਜੀ ਤੇ ਹੁਣ ਵੀ ਜ਼ਿਮੀਂਦਾਰ ਸਾਡੇ ਨਾਲ ਰਾਬਤਾ ਕਰਦੇ ਨੇ ਜੀ। ਅਸੀਂ ਕਾਫੀ ਪਰੇਸ਼ਾਨ ਆ, ਡਿਲੀਵਰੀ ਰੁਕੀ ਹੋਈ ਹੈ, ਡੀਲਰਸ਼ਿਪ ਦੇ ਟਰੈਕਟਰ ਆ ਗਏ ਨੇ ਲੇਕਿਨ ਸਾਨੂੰ ਦੇ ਨਹੀਂ ਰਹੇ ਤੇ ਕੀ ਮਾਜਰਾ ਬਣਿਆ, ਕੋਈ ਬਰੀਫਿੰਗ ਇਹਦੇ ਬਾਰੇ ਦਿਓ ਜੀ। ਦੇਖੋ ਜੀ ਡਿਲੀਵਰੀ ਤੇ ਤਕਰੀਬਨ ਅਸੀਂ 50% ਜਿਹੜੀ ਨਾ ਉਹ ਜ਼ਿਮੀਂਦਾਰਾਂ ਨੂੰ ਦੇ ਚੁੱਕੇ ਹਾਂ ਜੀ ਜੀ। ਮੈਂ ਅਗਰ ਆਪਣੀ ਡੀਲਰਸ਼ਿਪ ਦੀ ਗੱਲ ਕਰਾਂ ਉਸਮਾਨ ਇੰਟਰਪ੍ਰਾਈਜ਼ ਦੀ ਜੀ, ਮੇਰੇ ਕੋਲ 140 ਟਰੈਕਟਰ ਬੁੱਕ ਹੋਏ ਨੇ ਗ੍ਰੀਨ, ਠੀਕ ਹੋ ਗਿਆ, ਜਿਹਦੇ ਵਿੱਚੋਂ ਅਸੀਂ 80 ਟਰੈਕਟਰ ਜਿਹੜੇ ਨੇ ਉਹ ਡਿਲੀਵਰ ਕਰ ਦਿੱਤੇ ਨੇ। ਠੀਕ ਹੋ ਗਿਆ। ਤੇ ਬਾਕੀ ਟਰੈਕਟਰ ਕੁਝ ਸਾਡੇ ਕੋਲ ਡਿਲੀਵਰ ਹੋ ਕੇ ਆ ਕੇ ਖੜੇ ਹੋ ਗਏ ਨੇ ਔਰ ਕੁਝ ਮਿਲਰ 'ਚ ਬਕਾਇਆ ਨੇ। ਠੀਕ ਹੈ ਜੀ। ਜਿਹੜੇ ਆ ਕੇ ਖੜੇ ਹੋਏ ਨੇ ਉਹਨਾਂ ਦੀ ਡਿਲੀਵਰੀ ਇਸ ਵਾਸਤੇ ਰੁਕੀ ਸੀ ਕਿ ਪੰਜਾਬ ਗਵਰਨਮੈਂਟ ਨੇ ਇੰਸਟਰਕਸ਼ਨ ਲਗਾਈ ਸੀ ਜੀ ਕਿ ਜਿਤਨੀ ਦੇਰ ਤੱਕ ਟਰੈਕਟਰ ਦੀ ਰਜਿਸਟ੍ਰੇਸ਼ਨ ਨਾ ਹੋਵੇ ਉਨੀ ਦੇਰ ਤੱਕ ਡਿਲੀਵਰ ਨਹੀਂ ਕਰਨਾ। ਠੀਕ ਹੈ तो रजिस्ट्रेशन चूंकि डिले हो रहा सी उसदी वजह तो डिलीवरी रुकी सी और रजिस्ट्रेशन तकरीबन ਜਿਹੜੇ ਟਰੈਕਟਰ ਡਿਲੀਵਰ ਹੋਏ ਸਾਰਿਆਂ ਦੀ ਹੋ ਚੁੱਕੀਆਂ ਨੇ, ਉਹਦੀਆਂ ਲਿਸਟਾਂ ਸਾਡੇ ਕੋਲ ਆ ਗਈਆਂ। ਅਸੀਂ 1 ਬਾਈ 1 ਕਰਕੇ तमाम ਜ਼ਿਮੀਂਦਾਰਾਂ ਨੂੰ ਇਤਲਾਹ ਕਰਦੇ ਪਏ ਹਾਂ ਕਿ ਇਹਦੀ ਬਾਇਓਮੈਟ੍ਰਿਕ ਕਰਵਾਓ ਜੀ। ਜਿਹਦੀ ਬਾਇਓਮੈਟ੍ਰਿਕ ਹੁੰਦੀ ਜਾਏਗੀ ਉਹਨੂੰ ਟਰੈਕਟਰ ਡਿਲੀਵਰ ਇਨਸ਼ਾਅੱਲਾ ਕਰਦੇ ਜਾਵਾਂਗੇ। ਠੀਕ ਹੋ ਗਿਆ। ਡਿਲੀਵਰੀ ਰੁਕੀ ਨਹੀਂ ਹੈ, ਡਿਲੀਵਰੀ ਔਰ ਰਜਿਸਟ੍ਰੇਸ਼ਨ ਦੀ ਵਜ੍ਹਾ ਤੋਂ ਰੋਕੀ ਗਈ ਸੀ ਜੀ ਜੀ। ਰਜਿਸਟ੍ਰੇਸ਼ਨਾਂ ਚੂੰਕਿ ਹੋ ਗਈਆਂ, ਹੁਣ ਕੋਈ ਪ੍ਰੋਬਲਮ ਨਹੀਂ ਹੈ। ਅੱਛਾ ਜੀ, ਕੰਪਨੀ ਨੰਬਰ ਲਾ ਕੇ ਦੇ ਰਹੀ ਹੈ ਇਹਦਾ ਨੰਬਰ ਲਗਾ ਕੇ ਦੇ ਰਹੀ। ਅੱਛਾ, ਤੇ ਤਕਰੀਬਨ ਕਾਫੀ ਜ਼ਿਮੀਂਦਾਰ ਰਾਬਤਾ ਕਰਦੇ ਕਿ ਸਾਡੇ ਨਾਲ ਦੇ ਪਿੰਡ ਵਾਲਿਆਂ ਨੂੰ ਮਿਲ ਗਿਆ ਲੇਕਿਨ ਸਾਨੂੰ ਨਹੀਂ ਮਿਲਦਾ ਪਿਆ। ਨਹੀਂ, ਕਈਆਂ ਨੂੰ ਡਿਲੀਵਰੀਆਂ ਮਿਲ ਗਈਆਂ, ਉਹਨਾਂ ਨੂੰ ਰਜਿਸਟ੍ਰੇਸ਼ਨ ਬਗੈਰ ਮਿਲੀਆਂ ਜੀ। ਨਹੀਂ, ਸ਼ੁਰੂ ਦੇ ਵਿੱਚ ਉਹਨਾਂ ਨੇ ਪਹਿਲੇ ਬਗੈਰ ਰਜਿਸਟ੍ਰੇਸ਼ਨ ਤੋਂ ਟਰੈਕਟਰ ਦੇ ਦਿੱਤੇ ਸਨ ਜੀ ਜੀ। ਬਾਅਦ 'ਚ ਉਹਨਾਂ ਨੇ ਸਖਤੀ ਕਰ ਦਿੱਤੀ ਕਿ ਰਜਿਸਟ੍ਰੇਸ਼ਨ ਤੋਂ ਬਗੈਰ ਟਰੈਕਟਰ ਨਹੀਂ ਦੇਣਾ। ਠੀਕ ਹੋ ਗਿਆ। ਹੁਣ ਚੁੰਕਿ ਰਜਿਸਟ੍ਰੇਸ਼ਨਾਂ ਦਾ ਇੱਕ ਜ਼ਾਹਿਰ ਪ੍ਰੋਸੈਸ ਸੀ, ਰਜਿਸਟ੍ਰੇਸ਼ਨਾਂ ਹੋ ਚੁੱਕੀਆਂ ਨੇ। ਠੀਕ ਹੋ ਗਿਆ। ਉਹਨਾਂ ਲਿਸਟਾਂ ਸਾਡੇ ਕੋਲ ਆ ਗਈਆਂ, ਹਰ ਡੀਲਰ ਕੋਲ ਪਹੁੰਚ ਗਈਆਂ ਲਿਸਟਾਂ ਜੀ ਜੀ। ਤੇ ਅਸੀਂ ਖੁਦ ਅੱਜ ਵੀ ਅਸੀਂ ਮੇਰਾ ਖਿਆਲ ਹੈ ਕਿ ਤਕਰੀਬਨ 50 ਲੋਕਾਂ ਨੂੰ ਕਾਲ ਕੀਤੀ ਹੈ ਕਿ ਤੁਸੀਂ ਬਾਇਓਮੈਟ੍ਰਿਕ ਕਰਵਾਓ ਇਹਦੀ, ਜਿਹਦੀ ਬਾਇਓਮੈਟ੍ਰਿਕ ਹੁੰਦੀ ਜਾਏਗੀ ਇਨਸ਼ਾਅੱਲਾ ਉਹਨੂੰ ਡਿਲੀਵਰੀ ਮਿਲਦੀ ਜਾਏਗੀ। ਗੁੱਡ ਹੋ ਗਿਆ। ਬਾਕੀ ਸ਼ੌਕਤ ਸਾਹਿਬ ਇਸ ਤੋਂ ਇਲਾਵਾ ਇਹ ਵੀ ਸਾਨੂੰ ਤੁਸੀਂ ਦੱਸਣਾ ਹੈ, ਕਾਫੀ ਨਾ ਜ਼ਿਮੀਂਦਾਰ ਰਾਬਤਾ ਕਰਦੇ ਨੇ ਕਿ ਅਸੀਂ ਗ੍ਰੀਨ ਟਰੈਕਟਰ ਸੇਲ ਕਰਨਾ, ਕੋਈ ਆਂਦੇ ਨੇ ਅਸੀਂ ਖਰੀਦਣਾ ਜੀ ਜੀ। ਇਸ ਬਾਰੇ ਕੀ ਤੁਹਾਡੀ ਕੀ ਗਾਈਡਨੈਸ ਹੈ ਜ਼ਿਮੀਂਦਾਰਾਂ ਬਾਰੇ? ਕਿਉਂਕਿ ਹਕੂਮਤ ਨੇ ਕਿਹਾ 3 ਸਾਲ ਤੁਸੀਂ ਸੇਲ ਕਰ ਹੀ ਨਹੀਂ ਸਕਦੇ ਟਰੈਕਟਰ। ਜੀ ਜੀ। ਇਹ ਕਿਵੇਂ ਹਿਸਾਬ ਕਿਤਾਬ ਚੱਲ ਰਿਹਾ? ਦੇਖੋ ਜੀ ਹਰ ਜ਼ਿਮੀਂਦਾਰ ਦੀ ਆਪਣੀ ਮਰਜ਼ੀ ਹੈ ਲੇਕਿਨ ਜਿਹੜੀ ਡੀਲਰ ਵੱਲੋਂ ਇਨਸਟਰਕਸ਼ਨ ਨੇ ਮਿਲਰ ਟਰੈਕਟਰ ਵੱਲੋਂ ਇਨਸਟਰਕਸ਼ਨ ਨੇ ਜਾਂ ਪੰਜਾਬ ਹਕੂਮਤ ਵੱਲੋਂ ਨੇ ਜੀ ਜੀ। ਕੋਈ ਬੰਦਾ ਟਰੈਕਟਰ ਸੇਲ ਨਹੀਂ ਕਰ ਸਕਦਾ। ਵੈਰੀ ਗੁੱਡ। ਕਿਉਂਕਿ ਦੇਖੋ ਇੱਕ ਪ੍ਰੋਸੀਜਰ ਹੈ ਕਿ ਪਹਿਲੇ ਮਿਲਰ ਚੋਂ ਟਰੈਕਟਰ ਨਿਕਲ ਕੇ ਤਾਂ ਡੀਲਰਸ਼ਿਪ ਤੇ ਆਉਂਦਾ। ਬਿਲਕੁਲ। ਡੀਲਰਸ਼ਿਪ ਤੇ ਫਿਰ ਇਹਦੇ ਮਹਿਕਮਾ ਆ ਕੇ ਜਿਹੜੀ ਜ਼ਿਲ੍ਹਾ ਕਮੇਟੀ ਬਣੀ ਉਹਦੀ ਇਨਸਪੈਕਸ਼ਨ ਕਰਦੀ ਹੈ। ਵੈਰੀ ਗੁੱਡ। ਤੇ ਇਨਸਪੈਕਸ਼ਨ ਕਰਨ ਤੋਂ ਬਾਅਦ ਜ਼ਿਮੀਂਦਾਰ ਦੇ ਹਵਾਲੇ ਕਰ ਦਿੱਤਾ ਜਾਂਦਾ ਟਰੈਕਟਰ। ਠੀਕ ਹੋ ਗਿਆ। ਔਰ तमाम ਜ਼ਿਮੀਂਦਾਰਾਂ ਅੱਗੇ ਮੇਰੀ ਗੁਜ਼ਾਰਿਸ਼ ਹੈ ਕਿ ਇਹਨੂੰ ਸੇਲ ਬਿਲਕੁਲ ਨਾ ਕਰਨਾ ਕਿਉਂਕਿ ਮਹਿਕਮੇ ਨੇ ਘਰ ਘਰ ਜਾ ਕੇ ਦੁਬਾਰਾ ਇਹਨਾਂ ਨੂੰ ਚੈੱਕ ਕਰਨਾ ਹੈ, ਵੈਰੀਫਿਕੇਸ਼ਨ ਤੇ ਕਰਨੀ। ਜਿਸ ਵਕਤ ਉਹ ਦੁਬਾਰਾ ਇਹਨਾਂ ਦੇ ਘਰ ਜਾ ਕੇ ਵੈਰੀਫਿਕੇਸ਼ਨ ਵਾਸਤੇ ਜਾਣਗੇ, ਅਗਰ ਟਰੈਕਟਰ ਨਹੀਂ ਪਾਇਆ ਗਿਆ ਤਾਂ ਉਹਨਾਂ ਦੇ ਖਿਲਾਫ ਐਕਸ਼ਨ ਹੋ ਸਕਦਾ ਹੈ। ਇਸ ਵਾਸਤੇ ਇਹਨੂੰ ਸੇਲ ਵਾਲੇ ਪਾਸੇ ਨਾ ਆਉਣ। ਵੈਰੀ ਗੁੱਡ। ਅੱਛਾ ਸ਼ੌਕਤ ਸਾਹਿਬ, ਇਸ ਤੋਂ ਇਲਾਵਾ ਮਜ਼ੀਦ ਤੁਹਾਨੂੰ ਸਵਾਲ ਕਰਨਾ ਸੀ। ਇੱਕ ਦੋ ਤੁਸੀਂ ਦੇਖਿਆ ਵੀ ਹੋਣਾ ਕਲਿੱਪ, ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਟਰੈਕਟਰ ਲੋਡ ਹੁੰਦੇ ਸਾਰੇ ਨਾ ਹਾਦਸੇ ਹੋ ਰਹੇ ਨੇ ਟਰੈਕਟਰਾਂ ਦੇ ਨਾਲ। ਇਹ ਪੁੱਛਣਾ ਚਾਹ ਰਿਹਾ ਕਿ ਜਿਸ ਤਰ੍ਹਾਂ ਕੰਪਨੀ ਰੈਗੂਲਰ ਮਾਡਲ ਦੇ ਵਿੱਚ ਇੰਸ਼ੋਰੈਂਸ ਦਿੰਦੀ ਹੈ ਜ਼ਿਮੀਂਦਾਰ ਦੇ ਘਰ ਤੱਕ ਪਹੁੰਚਾਉਣ ਵਾਸਤੇ, ਇਹ ਗ੍ਰੀਨ ਸਕੀਮ ਵਾਲੇ ਟਰੈਕਟਰਾਂ ਦੇ ਵਿੱਚ ਵੀ ਹੈ ਇੰਸ਼ੋਰੈਂਸ ਵਾਲਾ? ਬਿਲਕੁਲ ਜਨਾਬ, ਇਹ ਪੂਰਾ ਕੰਪਨੀ ਦੀ ਜ਼ਿੰਮੇਵਾਰੀ ਹੈ ਕਿ ਉਹ ਟਰੈਕਟਰ ਹਰ ਡੀਲਰਸ਼ਿਪ ਤੇ ਆਪਣੀ ਜ਼ਿੰਮੇਵਾਰੀ ਨਾਲ ਪਹੁੰਚਾ ਰਹੀ ਹੈ। ਅਗਰ ਧੁੰਦ ਜ਼ਾਹਰ ਹੈ ਮੌਸਮ ਖਰਾਬ ਹੈ, ਅਗਰ ਕੋਈ ਹਾਦਸਾ ਪੇਸ਼ ਆ ਜਾਂਦਾ ਉਹਦਾ ਕੰਪਨੀ ਮੁਕੰਮਲ ਜ਼ਿੰਮੇਵਾਰੀ ਨਾਲ ਉਹਦੀ ਇੰਸ਼ੋਰੈਂਸ ਕਰ ਰਹੀ ਹੈ, ਉਹਦਾ ਥਰੂ ਇੰਸ਼ੋਰੈਂਸ ਕਲੇਮ ਹੋ ਜਾਏਗਾ, ਕੋਈ ਇਸ਼ੂ ਨਹੀਂ। ਅਗਰ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਤਾਂ ਉਹ ਸਾਡੇ ਨਾਲ ਰਾਬਤਾ ਕਰ ਸਕਦਾ ਹੈ। ਪੰਜਾਬ 'ਚ ਕਿਉਂਕਿ ਪੰਜਾਬ ਗ੍ਰੀਨ ਟਰੈਕਟਰ ਸਕੀਮ ਚੱਲ ਰਹੀ ਹੈ ਤੇ ਪੂਰੇ ਪੰਜਾਬ ਦੀ ਡਿਲੀਵਰੀ ਥਰੂ ਉਸਮਾਨ ਇੰਟਰਪ੍ਰਾਈਜ਼ ਹੋ ਰਹੀ ਹੈ। ਵੈਰੀ ਗੁੱਡ। ਤੇ ਤਕਰੀਬਨ ਕਿੰਨੇ % ਡਿਲੀਵਰੀ ਕੋਈ ਹੈ ਇਹਦੇ ਬਾਰੇ ਆਈਡੀਆ, ਕਿੰਨੇ % ਚਲੀ ਗਈ ਹੈ? ਇਹ ਤਕਰੀਬਨ 65% ਜਿਹੜੇ ਟਰੈਕਟਰ ਨੇ ਉਹ ਡਿਲੀਵਰ ਹੋ ਕੇ ਸ਼ੋਰੂਮਾਂ ਦੇ ਅੱਗੇ ਡੀਲਰਸ਼ਿਪਾਂ ਦੇ ਪਹੁੰਚ ਚੁੱਕੇ ਨੇ। 35% ਬਾਕੀ ਨੇ ਤੇ ਉਹ ਇਨਸ਼ਾਅੱਲਾ ਅਨਕਰੀਬ
2 ਹਫ਼ਤੇ ਦੇ ਵਿੱਚ ਸਾਰੇ ਕਲੀਅਰ ਹੋ ਜਾਣ। ਤੇ ਜਿਹਨੇ ਹੁਣ ਰਹਿ ਗਏ ਨੇ ਜ਼ਿਮੀਂਦਾਰ, ਉਹ ਕਿੰਨੀ ਕੁ ਉਮੀਦ ਲਾ ਸਕਦੇ ਨੇ ਕਿ ਇਸ ਦਿਨਾਂ ਦੇ ਵਿੱਚ ਸਾਨੂੰ ਡਿਲੀਵਰੀ ਮਿਲ ਜਾਏਗੀ? ਕੋਈ ਆਈਡੀਆ ਹੈ ਕੋਈ ਇਹਨਾਂ ਕੋਲ? ਚਲੋ ਹੌਸਲਾ ਹੋ ਜਾਂਦਾ ਜ਼ਿਮੀਂਦਾਰਾਂ ਨੂੰ ਵੀ। ਜ਼ਾਹਰ ਜਿਨ੍ਹਾਂ ਦੇ ਟਰੈਕਟਰ ਬੁੱਕ ਨੇ ਜੀ, ਦੇਖੋ ਜੀ ਇਹ ਤੇ ਪਹਿਲੇ ਦਿਨ ਤੋਂ ਕੰਪਨੀ ਨੇ ਕਿਹਾ ਸੀ ਕਿ ਪਹਿਲੇ ਆਈਏ ਪਹਿਲੇ ਪਾਈਏ, ਦੇ ਤਹਿਤ ਸਾਡੀ ਬੁਕਿੰਗ ਚੱਲਦੀ ਪਈ ਹੈ। ਜਿਹੜੇ ਲੋਕਾਂ ਨੇ ਪਹਿਲੇ ਬੁਕਿੰਗ ਕੀਤੀ ਸੀ ਉਹਨਾਂ ਨੂੰ ਪਹਿਲੇ ਮਿਲ ਗਏ ਨੇ ਟਰੈਕਟਰ। ਜਿਸ ਤਰ੍ਹਾਂ ਕਿਸੇ ਦੀ ਵਾਰੀ ਆ ਰਹੀ ਹੈ ਉਹਨਾਂ ਨੂੰ ਆਪਣੀ ਵਾਰੀ ਦੇ ਨਾਲ ਮਿਲ ਰਹੇ ਨੇ, ਕੋਈ ਟਰੈਕਟਰ ਅੱਗੇ ਪਿੱਛੇ ਨਹੀਂ ਹੋ ਰਿਹਾ। ਸਭ ਬੰਦੇ ਨੂੰ, ਹਰ ਡੀਲਰ ਨੂੰ, ਹਰ ਕਸਟਮਰ ਨੂੰ ਆਪਣੀ ਵਾਰੀ ਨਾਲ ਟਰੈਕਟਰ ਡਿਲੀਵਰ ਹੋ ਰਿਹਾ। ਠੀਕ ਹੋ ਗਿਆ ਜੀ। ਬਾਕੀ ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਸ਼ੌਕਤ ਸਾਹਿਬ, ਤੁਸੀਂ ਬਹੁਤ ਸ਼ੁਕਰੀਆ ਜੀ, ਥੈਂਕ ਯੂ। ਅੱਲਾਹ ਹਾਫਿਜ਼।